ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ। ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਜੋ ਜੀਵ ਆਪਣੇ ਅੰਦਰੋਂ ਸੱਚ ਦੀ ਕਮਾਈ ਕਰਦਾ ਹੈ, ਜੋ ਜੀਵ ਆਪਣੇ ਅੰਦਰੋਂ ਪ੍ਰਮਾਤਮਾ ਦੀ ਖੋਜ ਕਰਦਾ ਹੈ, ਜਦੋਂ ਉਸ ਨੂੰ ਆਪਣੇ ਅੰਦਰੋਂ ਸੱਚ ਦੀ ਖੋਜ ਹੋ ਜਾਂਦੀ ਹੈ, ਜਦੋਂ ਆਪਣੇ ਅੰਦਰੋਂ ਪ੍ਰਮਾਤਮਾ ਨੂੰ ਪਾ ਲੈਂਦਾ ਹੈ, ਤਾਂ ਬੜੀ ਹੀ ਆਨੰਦਮਈ ਅਵਸਥਾ ਬਣਦੀ ਹੈ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਸ ਆਨੰਦਮਈ ਅਵਸਥਾ ਦਾ ਬਿਆਨ ਕਰਦੇ ਨੇ। ਅੱਜ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਵਿੱਚ, ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਸ ਆਨੰਦਮਈ ਅਵਸਥਾ ਦਾ ਬਿਆਨ ਕਰਦੇ ਹਨ, ਜਿਸ ਦੇ ਵਿੱਚ ਜੀਵ ਨੂੰ ਇਹ ਅਨੁਭਵ ਹੁੰਦਾ ਹੈ ਕਿ ਭਾਈ ਉਸ ਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ, ਕੋਈ ਭੇਦ ਨਹੀਂ ਹੈ। ਸਤਿਗੁਰੂ ਜੀ ਫਰਮਾਨਾ ਕਰਦੇ ਨੇ, ਰਾਮ ਜਨ ਹੋਉ ਨਾ ਭਗਤ ਕਹਾਉ, ਸੇਵਾ ਕਰੂ ਨਾ ਦਾਸਾ, ਗੁਨੀ ਜੋਗ ਜਗੈ ਕਛ ਨ ਜਾਨੋ, ਤਾਥੇ ਰਹੂੰ ਉਦਾਸਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜੋ ਸੱਚ ਦੇ ਮਾਰਗ ਤੇ ਚੱਲਦਾ ਹੈ, ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਗੁਰੂ ਮੰਤਰ ਦਾ, ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰਕੇ ਉਹ ਉਸ ਦੇ ਵਿੱਚ ਹੀ ਅਭੇਦ ਹੋ ਜਾਂਦਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਪ੍ਰਭੂ ਦੇ ਵਿੱਚ ਅਭੇਦ ਹੋ ਕੇ ਉਸ ਪਰਮ ਉੱਚ ਆਨੰਦਮਈ ਅਵਸਥਾ ਦਾ ਬਿਆਨ ਕਰਦੇ ਹਨ ਕਿ ਪ੍ਰਮਾਤਮਾ ਜੀ, ਮੈਂ ਆਪ ਜੀ ਦਾ ਨਾਮ ਜਪ ਕੇ ਆਪ ਜੀ ਦਾ ਹੀ ਰੂਪ ਹੋ ਗਿਆ ਹਾਂ। ਹੇ ਪ੍ਰਭੂ ਜੀ, ਨਾ ਮੈਂ ਆਪ ਦਾ ਦਾਸ ਅਤੇ ਨਾ ਹੀ ਭਗਤ ਕਹਾਉਂਦਾ ਹਾਂ, ਨਾ ਹੀ ਆਪ ਦੀ ਸੇਵਾ ਕਰਨ ਵਾਲਾ ਸੇਵਕ ਹਾਂ। ਪ੍ਰਭੂ ਜੀ, ਨਾ ਹੀ ਮੈਂ ਕੋਈ ਜੋਗ ਜਗ ਕਰਨ ਵਾਲਾ, ਨਾ ਉਹਨਾਂ ਦੇ ਗੁਣ ਜਾਣਨ ਵਾਲਾ, ਇਹਨਾਂ ਦੇ ਕਰਨ ਤੋਂ ਮੈਂ ਉਪਰਾਮ ਹੋ ਗਿਆ ਹਾਂ। ਇਹ ਸੱਚੇ ਸਾਧ ਸੰਗਤ ਜੀ ਕਿ ਪ੍ਰਮਾਤਮਾ ਦੀ ਪ੍ਰਾਪਤੀ ਦੇ ਲਈ, ਸੱਚ ਦੀ ਪ੍ਰਾਪਤੀ ਦੇ ਲਈ ਜੋ ਇਨਸਾਨ ਹੈ, ਜੀਵ ਹੈ, ਅਨੇਕਾਂ ਯਤਨ ਕਰਦਾ ਹੈ, ਅਨੇਕਾਂ ਪ੍ਰਕਾਰ ਦੇ ਕਰਮ ਕਰਦਾ ਹੈ। ਫਲ ਕਾਰਨ ਫੁੱਲੀ ਬਨ ਰਾਏ, ਫਲ ਲਾਗਾ ਤਾ ਫੁੱਲ ਬੁਲਾਏ। ਕਿ ਭਾਈ ਜਿਵੇਂ ਪਹਿਲਾਂ ਇੱਕ ਦਰਖਤ ਨੂੰ ਪਹਿਲਾਂ ਫੁੱਲ ਲੱਗਦੇ ਨੇ, ਤੇ ਸਾਧ ਸੰਗਤ ਜੀ ਜਦੋਂ ਫਲ ਬਣ ਜਾਂਦਾ ਹੈ ਤਾਂ ਜੋ ਫੁੱਲ ਹੈ ਉਹ ਖਤਮ ਹੋ ਜਾਂਦਾ ਹੈ, ਉਸ ਨੂੰ ਖਤਮ ਹੋਣਾ ਹੀ ਪੈਂਦਾ ਹੈ। ਐਸੇ ਪ੍ਰਕਾਰ ਇਹ ਜੋ ਜੀਵ ਹੈ ਸਾਧ ਸੰਗਤ ਜੀ ਅਨੇਕਾਂ ਪ੍ਰਕਾਰ ਦੇ ਕਰਮ ਕਰਦਾ ਹੈ ਸੱਚ ਦੀ ਪ੍ਰਾਪਤੀ ਦੇ ਲਈ। ਜਿਵੇਂ ਸੰਤ ਮੀਰਾਬਾਈ ਮਹਾਰਾਜ ਜੀ ਨੇ ਅਨੇਕਾਂ ਯਤਨ ਕੀਤੇ, ਅਨੇਕਾਂ ਤੀਰਥ ਸਥਾਨਾਂ ਦੀ ਯਾਤਰਾ ਕੀਤੀ, ਅਨੇਕਾਂ ਸਾਧੂ ਸੰਤਾਂ ਨੂੰ ਮਿਲੀ, ਅਨੇਕਾਂ ਸੇਵਾਵਾਂ ਕੀਤੀਆਂ। ਉਸਨੇ ਉਦੋਂ ਤੱਕ ਸੇਵਾ ਜਾਰੀ ਰੱਖੀ ਜਦੋਂ ਤੱਕ ਉਸਨੂੰ ਸੱਚਾ ਗੁਰੂ ਨਹੀਂ ਜੀ ਮਿਲ ਗਿਆ। ਤੇ ਸਾਧ ਸੰਗਤ ਜੀ ਜਦੋਂ ਗੁਰੂਆਂ ਦੇ ਗੁਰੂ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਮੀਰਾਬਾਈ ਨੂੰ ਮਿਲੇ, ਫਿਰ ਉਸ ਦੀ ਜੋ ਸੱਚ ਦੀ ਪ੍ਰਾਪਤੀ ਦੀ ਤੜਪ ਸੀ, ਪ੍ਰਮਾਤਮਾ ਦੀ ਪ੍ਰਾਪਤੀ ਦੀ ਜੋ ਤੜਪ ਸੀ ਸਾਧ ਸੰਗਤ ਜੀ, ਉਹ ਸ਼ਾਂਤ ਹੋਈ। ਸਤਿਗੁਰਾਂ ਨੇ ਮੀਰਾਬਾਈ, ਸੰਤ ਮੀਰਾਬਾਈ ਮਹਾਰਾਜ ਜੀ ਨੂੰ ਜੋ ਗੁਰੂ ਮੰਤਰ ਦਿੱਤਾ, ਜੋ ਰਸਤਾ ਦਿਖਾਇਆ, ਉਸ ਰਸਤੇ ਤੇ ਚੱਲ ਕੇ ਸੰਤ ਮੀਰਾਬਾਈ ਮਹਾਰਾਜ ਜੀ ਉਹਨਾਂ ਨੇ ਵੀ ਆਪਣੇ ਅੰਦਰੋਂ ਸੱਚ ਦੀ ਪ੍ਰਾਪਤੀ ਕੀਤੀ। ਤੇ ਸਾਧ ਸੰਗਤ ਜੀ ਜਿੰਨੇ ਵੀ ਉਹ ਕਰਮ ਕਾਂਡ ਕਰਦੇ ਸਨ, ਜਿੰਨੇ ਵੀ ਉਹ ਕਰਮ ਕਰ ਰਹੇ ਸਨ, ਉਹਨਾਂ ਸਭ ਨੂੰ ਛੱਡ ਕੇ ਉਹ ਸਤਿਗੁਰਾਂ ਦੇ ਦਿਖਾਏ ਮਾਰਗ ਤੇ ਚੱਲੇ। ਤੇ ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ, ਗੁਨੀ ਜੋਗ ਜਗੈ ਕਛ ਨਾ ਜਾਣੋ, ਤਾਥੇ ਰਹੂੰ ਉਦਾਸਾ। ਕਿ ਭਾਈ ਜੋ ਜੀਵ ਸੱਚੇ ਗੁਰਾਂ ਦੇ ਦਿਖਾਏ ਮਾਰਗ ਤੇ ਚੱਲ ਕੇ ਆਪਣੇ ਅੰਦਰੋਂ ਸੱਚ ਦੀ ਖੋਜ ਕਰ ਲੈਂਦਾ ਹੈ, ਉਸਦੇ ਸਾਰੇ ਜੋ ਕਰਮ ਕਾਂਡ ਨੇ ਉਹ ਖਤਮ ਹੋ ਜਾਂਦੇ ਨੇ। ਭਗਤ ਹੁਆ ਤੋ ਚੜ੍ਹੈ ਬੜਾਈ,
जोग करूं जग मानै। गुण हुआ तो गुणी जन कहै, गुणी आप को तानै। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਹੇ ਪ੍ਰਭੂ ਜੀ, ਜੋ ਜੀਵ ਆਪ ਜੀ ਦੀ ਭਗਤੀ ਕਰਦਾ ਹੈ, ਉਸ ਦੀ ਜੋ ਮਹਿਮਾ ਹੈ ਉਹ ਹਰ ਪਾਸੇ ਵੱਧਦੀ ਹੈ। ਤੇ ਜੇਕਰ ਕੋਈ ਜੀਵ ਯੁਗਾਂ ਦੀ ਸਾਧਨਾ ਕਰਦਾ ਹੈ ਸਾਧ ਸੰਗਤ ਜੀ, ਉਹ ਜੋਗੀ ਕਰਕੇ ਜਾਣਿਆ ਜਾਂਦਾ ਹੈ। ਜੇਕਰ ਕੋਈ ਗੁਣਵਾਨ ਹੈ, ਉਸ ਨੂੰ ਸੰਸਾਰੀ ਲੋਕ ਗੁਣੀ ਕਹਿੰਦੇ ਨੇ। ਪਰ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜੋ ਗੁਣੀ ਹੈ ਉਹ ਆਪਣੇ ਆਪ ਨੂੰ ਉੱਤਮ ਮੰਨ ਬੈਠਦਾ ਹੈ ਕਿ ਮੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ। ਤੇ ਸਤਿਗੁਰੂ ਜੀ ਫਰਮਾਉਂਦੇ, ਭਾਈ ਮੈਂ ਹਰ ਪ੍ਰਕਾਰ ਦੀ ਮਾੜੀ ਹੁੰਦੀ ਹੈ। ਇਹ ਵੀ ਸੱਚ ਹੈ ਸਾਧ ਸੰਗਤ ਜੀ ਕਿ ਜਦੋਂ ਇਨਸਾਨ ਸੱਚ ਦੇ ਮਾਰਗ ਤੇ ਚੱਲਦਾ ਆ, ਉਸ ਪਰਮਪਿਤਾ ਪ੍ਰਮਾਤਮਾ ਦੇ ਨਾਲ ਜੁੜਨਾ ਚਾਹੁੰਦਾ ਹੈ, ਤਾਂ ਬੜੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਸਾਧ ਸੰਗਤ ਜੀ। ਇਸ ਸੰਸਾਰ ਦੇ ਵਿੱਚ ਦੀ ਵਡਿਆਈ ਸ਼ੁਰੂ ਹੋ ਜਾਂਦੀ ਹੈ। ਬਹੁਤ ਜੀਵ ਉਸ ਦੇ ਕੋਲ ਆਉਂਦੇ ਨੇ, ਉਸ ਦੀ ਪ੍ਰਸ਼ੰਸਾ ਕਰਦੇ ਨੇ। ਪਰ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜੇਕਰ ਉਸ ਦੇ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਹੰਕਾਰ ਆਉਂਦਾ ਆ, ਤਾਂ ਉਹ ਸੱਚ ਤੋਂ ਦੂਰ ਹੌਲੀ ਹੌਲੀ ਦੂਰ ਚਲਾ ਜਾਂਦਾ ਹੈ। ਜਿਵੇਂ ਸਤਿਗੁਰੂ ਜੀ ਫਰਮਾਉਂਦੇ ਨੇ, ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਕਿ ਭਾਈ ਜੋ ਹੰਕਾਰ ਹੈ, ਹੰਕਾਰ ਭਾਵੇਂ ਕਿਸੇ ਵੀ ਪ੍ਰਕਾਰ ਦਾ ਹੋਵੇ, ਆਪਣੇ ਗੁਣਾਂ ਤੇ ਹੰਕਾਰ ਕਰਨਾ, ਆਪਣੇ ਸਰੀਰ ਤੇ ਹੰਕਾਰ ਕਰਨਾ, ਆਪਣੇ ਗਿਆਨ ਤੇ ਹੰਕਾਰ ਕਰਨਾ, ਧੀਆਂ ਪੁੱਤਰਾਂ ਧਨ ਦੌਲਤ ਤੇ ਹੰਕਾਰ ਕਰਨਾ, ਸਾਧ ਸੰਗਤ ਜੀ ਆਪਣੀ ਜਾਤ ਤੇ ਹੰਕਾਰ ਕਰਨਾ। ਸਤਿਗੁਰੂ ਜੀ ਫਰਮਾਉਂਦੇ, ਭਾਈ ਹੰਕਾਰ ਹਰ ਪ੍ਰਕਾਰ ਦਾ ਮਾੜਾ ਹੁੰਦਾ ਆ। ਤੇ ਜਦੋਂ ਤੱਕ ਜੀਵ ਦੇ ਮਨ ਦੇ ਵਿੱਚ ਹੰਕਾਰ ਆ, ਇਹ ਸੱਚ ਦੇ ਮਾਰਗ ਤੇ ਨਾ ਚੱਲ ਸਕਦਾ ਹੈ, ਨਾ ਇਸ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਪਰ ਜਦੋਂ ਇਹ ਜੀਵ ਸਤਿਗੁਰਾਂ ਦੇ ਦਿਖਾਏ ਮਾਰਗ ਤੇ ਚੱਲ ਕੇ ਉਸ ਪਰਮਪਿਤਾ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਸਾਧ ਸੰਗਤ ਜੀ, ਇਸ ਦੇ ਅੰਦਰੋਂ ਜੋ ਮੈਂ ਮੇਰੀ ਦਾ ਹੰਕਾਰ ਆ ਉਹ ਖਤਮ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰ ਰਹੇ ਨੇ, ਉਸਤਤ ਨਿੰਦਾ ਦਉ ਤਿਆਗੈ। ਕਿ ਭਾਈ ਜੇਕਰ ਅਸੀਂ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਜੇਕਰ ਅਸੀਂ ਸੱਚ ਦੇ ਮਾਰਗ ਤੇ ਚੱਲਣਾ ਹੈ ਸਾਧ ਸੰਗਤ ਜੀ, ਜੇਕਰ ਕੋਈ ਸਾਡੀ ਤਾਰੀਫ ਕਰੇ, ਸਾਨੂੰ ਬੜਾ ਖੁਸ਼ ਨਹੀਂ ਜੀ ਹੋਣਾ ਚਾਹੀਦਾ। ਉਸ ਪ੍ਰਮਾਤਮਾ ਦੀ ਕਿਰਪਾ ਹੀ ਦੱਸਣੀ ਚਾਹੀਦੀ ਹੈ ਕਿ ਭਾਈ ਮੈਂ ਜੋ ਕਰ ਰਿਹਾ ਉਸ ਗੁਰੂ ਦੇ ਹੁਕਮ ਨਾਲ, ਪ੍ਰਮਾਤਮਾ ਦੇ ਹੁਕਮ ਨਾਲ ਕਰ ਰਿਹਾ ਹਾਂ। ਤੇ ਸਾਧ ਸੰਗਤ ਜੀ, ਜੇਕਰ ਕੋਈ ਇਨਸਾਨ, ਕੋਈ ਜੀਵ ਨਿੰਦਾ ਕਰਦਾ ਹੈ, ਤਾਂ ਵੀ ਸਾਨੂੰ ਦੁਖੀ ਨਹੀਂ ਹੋਣਾ ਚਾਹੀਦਾ। ਕੋਈ ਤਾਰੀਫ ਕਰੇ, ਬਹੁਤਾ ਖੁਸ਼ ਨਹੀਂ ਜੇ ਹੋਣਾ ਚਾਹੀਦਾ। ਤੇ ਕੋਈ ਨਿੰਦਾ ਕਰੇ, ਸਤਿਗੁਰੂ ਜੀ ਫਰਮਾਉਂਦੇ, ਭਾਈ ਉਸ ਨੂੰ ਦੁਖੀ ਨਹੀਂ ਜੇ ਹੋਣਾ ਚਾਹੀਦਾ। ਉਸਤਤ ਨਿੰਦਾ ਦਉ ਤਿਆਗੈ। ਕਿ ਭਾਈ ਉਸਤਤ ਵੀ ਤੇ ਨਿੰਦਾ ਵੀ ਦੋਵੇਂ ਛੱਡ ਕੇ ਹੀ ਅਸੀਂ ਸੱਚ ਦੇ ਮਾਰਗ ਤੇ ਚੱਲ ਸਕਦੇ ਹਾਂ। ਭਗਤ ਹੁਆ ਤੋ ਚੜੈ ਬੜਾਈ, ਜੋਗ ਕਰੂ ਜਗ ਮਾਨੈ। ਗੁਣ ਹੁਆ ਤੋ ਗੁਣੀ ਜਨ ਕਹਿ, ਗੁਣੀ ਆਪ ਕੋ ਤਾਨੈ। ਕਿ ਜੋ ਸੱਚ ਦੇ ਮਾਰਗ ਤੇ ਚੱਲਦਾ ਉਸ ਦੇ ਵਿੱਚ ਬੜੇ ਗੁਣ ਹੁੰਦੇ ਨੇ, ਪਰ ਕਈ ਵਾਰ ਸਾਧ ਸੰਗਤ ਜੀ ਉਸ ਗੁਣਾਂ ਤੇ ਹੰਕਾਰੇ ਹੋ ਜਾਂਦਾ ਆ। ਤੇ ਇਹ ਹੰਕਾਰ ਜੋ ਹੈ ਉਹ ਸੱਚ ਦੇ ਮਾਰਗ ਦੇ ਵਿੱਚ ਰੁਕਾਵਟ ਬਣ ਕੇ ਖੜਾ ਹੋ ਜਾਂਦਾ ਹੈ। ਨਾ ਮੈਂ ਮਮਤਾ ਮੋਹ ਨਾ ਮੋਇਆ, ਇਹ ਸਭ ਜਾਏ ਬਿਲਾਈ। ਦੋਜਕ ਪਿਸਤ ਦਉ ਸਮ ਕਰ ਜਾਣੈ, ਦਹੋਂ ਤਰਕ ਹੈ ਪਾਈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਫਰਮਾਉਂਦੇ ਨੇ ਕਿ ਭਾਈ ਨਾ ਹੀ ਮੈਨੂੰ ਸੰਸਾਰ ਦੀ ਝੂਠੀ ਮਮਤਾ ਨੇ ਅਤੇ ਨਾ ਹੀ ਮੋਹ ਨੇ ਮੋਇਆ ਹੈ। ਇਹ ਸਭ ਮੇਰੇ ਤੋਂ ਬਹੁਤ ਦੂਰ ਚਲੇ ਗਏ ਨੇ। ਸਾਧ ਸੰਗਤ ਜੀ, ਜੋ ਪੂਰਨ ਸੰਤ ਹੁੰਦਾ ਹੈ, ਸੱਚ ਦੇ ਮਾਰਗ ਤੇ ਚੱਲਣ ਵਾਲਾ ਜੋ ਇਨਸਾਨ ਹੁੰਦਾ ਹੈ ਨਾ ਸਾਧ ਸੰਗਤ ਜੀ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜਿਵੇਂ ਇੱਕ ਕਮਲ ਦਾ ਫੁੱਲ ਹੈ, ਉਹ ਕੀਚੜ ਦੇ ਵਿੱਚ ਰਹਿ ਕੇ ਵੀ ਉਸ ਦੇ ਵਿੱਚ ਗੰਦਾ ਨਹੀਂ ਜੇ ਹੁੰਦਾ। ਉਹ ਕੀਚੜ ਦੇ ਵਿੱਚ ਰਹਿੰਦਾ ਹੈ ਸਾਧ ਸੰਗਤ ਜੀ, ਜੜ੍ਹਾਂ ਉਸ ਦੀਆਂ ਉੱਥੇ ਹੁੰਦੀਆਂ ਨੇ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜੀਵ ਨੂੰ ਐਸੇ ਤਰ੍ਹਾਂ ਰਹਿਣਾ ਚਾਹੀਦਾ ਹੈ। ਇਸ ਸੰਸਾਰ ਦੇ ਵਿੱਚ ਆਪਣੀ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਚਾਹੀਦੀਆਂ ਨੇ।
ਜੋ ਪਰਿਵਾਰਕ ਜ਼ਿੰਮੇਵਾਰੀਆਂ ਨੇ ਸਾਧ ਸੰਗਤ ਜੀ, ਕਿਰਤ ਕਮਾਈਆਂ ਵੀ ਕਰਨੀਆਂ ਚਾਹੀਦੀਆਂ ਨੇ। ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ, ਆਪਣੀ ਜ਼ਿੰਮੇਵਾਰੀਆਂ ਰਿਸ਼ਤੇਦਾਰੀਆਂ ਨਿਭਾਉਣੀਆਂ। ਪਰ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ, ਨਾ ਮੈਂ ਮਮਤਾ ਮੋਨਾ ਮੋਇਆ ਇਹ ਸਭ ਜਾਏ ਬਿਲਾਈ। ਪਰ ਉਹਨਾਂ ਦੇ ਵਿੱਚ ਫਸਣਾ ਨਹੀਂ ਜੇ ਚਾਹੀਦਾ। ਜਿਵੇਂ ਅਕਸਰ ਦੇਖਿਆ ਸਾਧ ਸੰਗਤ ਜੀ ਕੇ ਇਨਸਾਨ ਘਰ ਕਾਰੋਬਾਰ ਤੇ ਹੋਰ ਮਾਮਲਿਆਂ ਵਿੱਚ ਬੜਾ ਦੁਖੀ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਜਗ ਦੁਖ ਕੀ ਖੇਤਰੀ ਇਹ ਜਾਣਤ ਸਭ ਕੋਏ, ਗਿਆਨੀ ਕਾਟੈ ਹਰ ਨਾਮ ਸੋ ਮੂਰਖ ਕਾਟੈ ਰੋਏ। ਕਿ ਹੇ ਜੀਵ, ਇਹ ਜੋ ਸੰਸਾਰ ਆ ਇਹ ਦੁੱਖਾਂ ਦਾ ਘਰ ਹੈ। ਯਾਦ ਰੱਖੇ ਤੇ ਕੋਈ ਵੀ ਐਸਾ ਜੀਵ ਨਹੀਂ ਹੈ ਸਾਧ ਸੰਗਤ ਜੀ ਜਿਸ ਦੇ ਜ਼ਿੰਦਗੀ ਦੇ ਵਿੱਚ ਦੁੱਖ ਨਾ ਹੋਵੇ। ਦੁੱਖ ਦਾ ਜੋ ਪ੍ਰਕਾਰ ਆ, ਦੁੱਖ ਦੀ ਜੋ ਕਿਸਮ ਉਹ ਅਲੱਗ-ਅਲੱਗ ਹੋ ਸਕਦੀ ਹੈ। ਕਿਸ ਨੂੰ ਪੈਸੇ ਦਾ ਦੁੱਖ ਹੈ, ਉਸ ਕੋਲ ਪੈਸਾ ਨਹੀਂ ਹੈ। ਕਿਸੇ ਕੋਲ ਧੀਆਂ ਪੁੱਤਰਾਂ ਦਾ ਦੁੱਖ ਹੈ ਸਾਧ ਸੰਗਤ ਜੀ। ਕਿਸੇ ਨੂੰ ਇਹ ਦੁੱਖ ਹੈ ਕਿ ਮੇਰੇ ਕੋਈ ਧੀ ਪੁੱਤ ਹੀ ਨਹੀਂ ਹੈ। ਤੇ ਕਈਆਂ ਦੇ ਧੀ ਪੁੱਤ ਜੋ ਕੁਮਾਰਗ ਤੇ ਚੱਲ ਪੈਂਦੇ ਨੇ, ਗਲਤ ਰਸਤੇ ਤੇ ਚੱਲ ਪੈਂਦੇ, ਉਹਨਾਂ ਨੂੰ ਉਸ ਦਾ ਦੁੱਖ ਆ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਇਸ ਸੰਸਾਰ ਦੇ ਵਿੱਚ ਕੋਈ ਸੁਖੀ ਨਹੀਂ ਹੈ। ਦੁੱਖ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ। ਸੁੱਖ ਤੇ ਦੁੱਖ ਸਾਧ ਸੰਗਤ ਜੀ, ਜਿਵੇਂ ਕਿਹਾ ਜਾਂਦਾ ਕਿ ਇੱਕ ਸਿੱਕੇ ਦੇ ਦੋ ਪਹਿਲੂ ਨੇ। ਸੁੱਖ ਮੰਗੈ ਦੁੱਖ ਆਗੇ ਆਵਤ। ਜੇ ਅਸੀਂ ਪ੍ਰਮਾਤਮਾ ਤੋਂ ਸੁੱਖ ਮੰਗਦੇ ਹਾਂ ਤਾਂ ਸਾਧ ਸੰਗਤ ਜੀ ਸੁੱਖ ਦੇ ਨਾਲ ਤਾਂ ਦੁੱਖ ਨੇ ਆਣਾ ਹੀ ਹੈ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਸਾਨੂੰ ਇਸ ਸੰਸਾਰਿਕ ਮੋਹ ਮਾਇਆ ਤੋਂ ਉੱਪਰ ਉੱਠਣਾ ਪਵੇਗਾ। ਆਪਣੇ ਕਾਰ ਵਿਹਾਰ ਕਰਦੇ ਹੋਏ, ਜ਼ਿੰਮੇਦਾਰੀਆਂ ਨਿਭਾਉਂਦੇ ਹੋਏ, ਜੋ ਮਨ ਦੀ ਜੋ ਅਵਸਥਾ ਸਾਧ ਸੰਗਤ ਜੋ ਉਹ ਉਸ ਗੁਰੂ ਦੇ ਚਰਨਾਂ ਵਿੱਚ, ਪ੍ਰਮਾਤਮਾ ਦੇ ਚਰਨਾਂ ਵਿੱਚ ਰੱਖਣੀ ਪਏਗੀ। ਤੇ ਮਨ ਦੇ ਵਿੱਚ ਐਸੀ ਅਵਸਥਾ, ਆਨੰਦਮਈ ਅਵਸਥਾ ਬਣਾਉਣੀ ਪਏਗੀ ਕਿ ਭਾਈ ਜਦੋਂ ਸੁੱਖ ਤੇ ਦੁੱਖ ਇਹ ਜੋ ਜੀਵ ਹੈ ਸਮ ਕਰਕੇ ਜਾਣਦਾ ਆ। ਜਦੋਂ ਦੁੱਖ ਆਉਂਦਾ ਸਾਧ ਸੰਗਤ ਜੀ, ਵੱਡੇ ਤੋਂ ਵੱਡਾ ਦੁੱਖ ਵੀ ਉਹ ਸਹਿਣ ਕਰ ਲੈਂਦਾ ਆ। ਤੇ ਜਦੋਂ ਬਹੁਤ ਵੱਡੀ ਖੁਸ਼ੀ ਆਉਂਦੀ, ਉਹ ਪ੍ਰਮਾਤਮਾ ਦੀ ਕਿਰਪਾ ਦੱਸ ਕੇ ਉਸ ਪ੍ਰਮਾਤਮਾ ਨੂੰ ਨਮਸਕਾਰਾ ਕਰਦਾ ਆ। ਪਰ ਘਮੰਡ ਨਹੀਂ ਜੇ ਲੈ ਕੇ ਆਉਂਦਾ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ। ਜਾਕੀ ਚੋਤ ਜਗਤ ਕੋ ਲਾਗੈ ਤਾਂ ਪਰ ਤੁਹੀ ਟਰੈ, ਨੀਚੇ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਨਾਮ ਦੇਵ ਕਬੀਰ ਤਲੋਚਨ ਸਤਨਾ ਸੈਨ ਤਰੈ, ਕਹਿ ਰਵਿਦਾਸ ਸੁਨੋਰੇ ਸੰਤੋ ਹਰ ਜਿਉ ਤੇ ਸਭ ਸਰੈ। ਫਿਰ ਐਸੇ ਸ਼ਬਦ ਦੇ ਨਾਲ ਜੋ ਜੀਵ ਹੈ ਉਸ ਪ੍ਰਮਾਤਮਾ ਦਾ ਧੰਨਵਾਦ ਕਰਦਾ ਹੈ। ਤਾਂ ਸਾਧ ਸੰਗਤ ਜੀ ਦੇਖਿਆ ਨਾ, ਜਦੋਂ ਦੁੱਖ ਆਉਂਦਾ ਬਹੁਤ ਸਾਰੇ ਇਨਸਾਨ ਆਤਮ ਹੱਤਿਆ ਕਰ ਲੈਂਦੇ ਨੇ। ਇਹੀ ਕਾਰਨ ਹੈ ਕਿ ਭਾਈ ਉਹ ਗੁਰੂ ਵਾਲੇ ਨਹੀਂ ਜਿਉਂਦੇ, ਉਹ ਧਾਰਮਿਕ ਲੋਕ ਨਹੀਂ ਜਿਉਂਦੇ। ਕਿਉਂਕਿ ਸਾਧ ਸੰਗਤ ਜੀ ਜੋ ਗੁਰੂ ਵਾਲਾ ਹੈ, ਜੋ ਸਹੀ ਤੌਰ ਤੇ ਧਾਰਮਿਕ ਹੈ, ਉਹ ਵੱਡੇ ਤੋਂ ਵੱਡੇ ਦੁੱਖ ਨੂੰ ਵੀ ਸਹਿਣ ਕਰ ਲੈਂਦਾ ਹੈ। ਕਿਉਂਕਿ ਉਸ ਨੂੰ ਪਤਾ ਹੈ ਜੋ ਸੰਸਾਰ ਹੈ ਦੁੱਖਾਂ ਦਾ ਘਰ ਹੈ। ਇਹ ਜਗ ਦੁਖ ਕੀ ਖੇਤਰੀ ਇਹ ਜਾਣਤ ਸਭ ਕੋਏ, ਗਿਆਨੀ ਕਾਟੈ ਹਰ ਨਾਮ ਸੋ ਮੂਰਖ ਕਾਟੈ ਰੋਏ। ਕਿ ਭਾਈ ਜੋ ਮਨਮੁਖ ਨੇ ਉਹ ਰੋ ਕੇ ਦੁੱਖ ਕੱਟਦੇ ਨੇ, ਜਦੋਂ ਵੀ ਦੁੱਖ ਆਉਂਦੇ ਨੇ ਰੋਲਦੇ ਨੇ, ਕੁਰਲਾਉਂਦੇ ਨੇ। ਪਰ ਜੋ ਗੁਰੂ ਵਾਲਾ ਹੈ ਸਾਧ ਸੰਗਤ, ਜੋ ਦੁੱਖਾਂ ਦਾ ਸਾਹਮਣਾ ਕਰਦਾ ਹੈ, ਉਹ ਪ੍ਰਮਾਤਮਾ ਦਾ ਸਿਮਰਨ ਕਰਦਾ ਹੋਇਆ ਉਹਨਾਂ ਦੁੱਖਾਂ ਦਾ ਹੱਲ ਲੱਭਦਾ। ਸਾਧ ਸੰਗਤ ਜੀ ਮਿਹਨਤ ਕਰਦਾ ਹੈ, ਅੱਗੇ ਵਧਦਾ ਹੈ। ਨਾ ਮੈਂ ਮਮਤਾ ਮੋਹ ਨਾ ਮੋਇਆ ਇਹ ਸਭ ਜਾਏ ਬਿਲਾਈ, ਦੋ ਜਗ ਪਿਸਤ ਦਉ ਸਮ ਕਰ ਜਾਣੈ, ਦੋਹਾਂ ਤਰਕ ਹੈ ਪਾਈ। ਕਿ ਭਾਈ ਮੈਂ ਸੰਸਾਰ ਦੀ ਝੂਠੀ ਮਮਤਾ ਮੋਹ ਦੇ ਵਿੱਚ ਨਹੀਂ ਜੇ ਫਸਦਾ, ਹੀ ਮੇਰੇ ਤੋਂ ਬਹੁਤ ਦੂਰ ਚਲੇ ਗਏ। ਤੇ ਨਾ ਹੀ ਮੈਂ ਨਰਕ ਤੇ ਸਵਰਗ ਦੋਵਾਂ ਨੂੰ ਇੱਕ ਸਮਾਨ ਕਰਕੇ ਜਾਣਦਾ ਹਾਂ। ਮੈਂ ਦੋਵਾਂ ਨੂੰ ਹੀ ਛੱਡ ਦਿੱਤਾ ਹੈ। ਨਾ ਮੈਨੂੰ ਨਰਕ ਦੀ ਚਿੰਤਾ ਹੈ ਤੇ ਨਾ ਹੀ ਮੈਨੂੰ ਸਵਰਗ ਦੀ ਚਿੰਤਾ। ਸਾਧ ਸੰਗਤ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਸੱਚ ਦੇ ਮਾਰਗ ਤੇ ਚੱਲਣ ਵਾਲੇ ਜੀਵਾਂ ਦੀ, ਉਸ ਪ੍ਰਮਾਤਮਾ ਦਾ ਸਿਮਰਨ ਕਰਨ ਵਾਲੇ ਜੀਵਾਂ ਦੀ ਐਸੀ ਆਨੰਦਮਈ ਅਵਸਥਾ ਬਣਦੀ ਹੈ, ਮੋਹਿ ਜਮ ਡੰਡ ਨ ਲਾ ਗਈ ਤਜਲੇ ਸਰਬ ਜੰਜਾਲ। ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਜੋ ਸੱਚ ਦੇ ਮਾਰਗ ਤੇ ਚੱਲਦਾ ਆ, ਉਸ ਨੂੰ ਫਿਰ ਜਮਾਂ ਦਾ ਡਰ ਨਹੀਂ ਜੇ ਰਹਿੰਦਾ। ਮੈਂ ਤੇ ਤੈ ਮੈਂ ਦੇਖ ਸਕਲ ਜਗ, ਮੈਂ ਤੇ ਮੂਲ ਗਵਾਈ, ਜਬ ਮਨ ਸਮਤਾ ਏਕ ਏਕ, ਮਨ ਤਬਹੀ ਏਕ ਹੈ ਪਾਈ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ
ਕਿ ਭਾਈ ਸੰਸਾਰੀ ਜੀਵ ਮੈਂ ਮੇਰੀ ਹੰਕਾਰ ਅਤੇ ਮਮਤਾ ਕਾਰਨ ਪ੍ਰਭੂ ਨੂੰ ਭੁੱਲੇ ਹੋਏ ਨੇ ਅਤੇ ਇਸ ਹੰਕਾਰ ਦੇ ਵਿੱਚ ਪ੍ਰਭੂ ਨੂੰ ਦਿਲੋਂ ਭੁਲਾ ਦਿੱਤਾ ਹੈ। ਪੁੱਤਰ ਕਲਤਰ ਕਾ ਕਰੈ ਹੰਕਾਰ, ਠਾਕੁਰ ਲੇਖਾ ਮੰਗਣਹਾਰ। ਕਿ ਭਾਈ ਉਸ ਪਰਮ ਪਿਤਾ ਪ੍ਰਮਾਤਮਾ ਦੇ ਕਚਹਿਰੀ ਦੇ ਵਿੱਚ ਅਸੀਂ ਜਾ ਕੇ ਜਵਾਬ ਦੇਣਾ ਆ। ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਗਾ, ਰਾਮ ਸਿਮਰ ਪਛਤਾਏਗਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਜੋ ਸਾਨੂੰ ਇਹ ਜੀਵਨ ਮਿਲਿਆ ਨਾ ਸਾਧ ਸੰਗਤ ਜੀ, ਇਹ ਐਸੇ ਤਰ੍ਹਾਂ ਬੜੇ ਸੌਖੇ ਜਿਹੇ ਤਰੀਕੇ ਨਾਲ ਨਹੀਂ ਜੇ ਮਿਲਿਆ। ਸਤਿਗੁਰੂ ਜੀ ਫਰਮਾਉਂਦੇ ਨੇ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨੁਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਦੁਲਭ ਜਨਮ ਪੁਨ ਫਲ ਪਾਇਓ, ਬਿਰਥਾ ਜਾਤ ਵਿਵੇਕੇ। ਕਿ ਭਾਈ ਉਸ ਪਰਮ ਪਿਤਾ ਪ੍ਰਮਾਤਮਾ ਦੀ ਕਿਰਪਾ ਹੋਈ ਹੈ, ਫੇਰ ਸਾਨੂੰ ਜਾ ਕੇ ਜੋ ਮਨੁੱਖਾ ਸਰੀਰ ਮਿਲਿਆ ਆ। ਤੇ ਅੱਜ ਦਾ ਇਨਸਾਨ ਸਾਧ ਸੰਗਤ ਜੀ ਕੀ ਕਰ ਰਿਹਾ ਉਸ ਸਰੀਰ ਦੇ ਨਾਲ? ਕੋਈ ਨਸ਼ਿਆਂ ਦੇ ਵਿੱਚ ਸਾਰਾ ਦਿਨ ਨਸ਼ਿਆਂ ਦੇ ਵਿੱਚ ਫਸਿਆ ਰਹਿੰਦਾ ਹੈ, ਕੋਈ ਮੈਂ ਮੇਰੀ ਦੇ ਹੰਕਾਰ ਦੇ ਵਿੱਚ, ਕੋਈ ਇਸ ਸਰੀਰ ਦੇ ਨਾਲ ਦੂਜਿਆਂ ਨੂੰ ਠੱਗ ਰਿਹਾ ਸਾਧ ਸੰਗਤ ਜੀ, ਕੋਈ ਆਪਣੇ ਦੂਸਰੇ ਨੂੰ ਤਾਂ ਛੱਡੋ ਆਪਣੇ ਸਗਿਆਂ ਨੂੰ ਮਾਰ ਰਿਹਾ ਹੈ, ਧੋਖੇ ਦੇ ਰਿਹਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਇਸ ਸਰੀਰ ਦਾ ਜੋ ਗਲਤ ਇਸਤੇਮਾਲ ਕਰਕੇ ਇਹ ਜੋ ਜੀਵ ਹੈ ਉਹ ਨਰਕਾਂ ਦਾ ਭਾਗੀ ਬਣ ਰਿਹਾ ਹੈ। ਇਹ ਜੋ ਜੀਵ ਹੈ ਸਾਧ ਸੰਗਤ ਜੀ ਆਪਣੇ ਵਡਮੁੱਲੇ ਹੀਰੇ ਵਰਗੇ ਜੀਵਨ ਨੂੰ ਕੋਡੀ ਦੇ ਵਿੱਚ ਲਗਾ ਰਿਹਾ ਹੈ, ਆਪਣੇ ਜੀਵਨ ਨੂੰ ਖਰਾਬ ਕਰ ਰਿਹਾ ਹੈ। ਤੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਜਦੋਂ ਤੱਕ ਸਾਡੇ ਮਨ ਦੇ ਵਿੱਚ ਹੰਕਾਰ ਨਹੀਂ ਜੇ ਜਾਂਦਾ, ਜਦੋਂ ਤੱਕ ਸਾਡੇ ਮਨ ਦੇ ਵਿੱਚ ਇਹ ਜੋ ਮੋਹ ਮਾਇਆ ਦਾ ਪਿਆਰ ਹੈ ਸਾਧ ਸੰਗਤ ਜੀ ਉਹ ਨਹੀਂ ਜੇ ਜਾਂਦਾ, ਅਸੀਂ ਸੱਚ ਦੇ ਮਾਰਗ ਤੇ ਚੱਲ ਹੀ ਨਹੀਂ ਜੇ ਸਕਦੇ। ਕਿਉਂਕਿ ਹੰਕਾਰ ਤੇ ਮਮਤਾ ਇਹ ਦੋਵੇਂ ਸਾਧ ਸੰਗਤ ਜੀ ਸਾਨੂੰ ਰੋਕਦੀਆਂ ਨੇ। ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਸੰਸਾਰੀ ਜੀਵ ਮੈਂ ਮੇਰੀ ਹੰਕਾਰ ਤੇ ਮਮਤਾ ਕਾਰਨ ਪ੍ਰਮਾਤਮਾ ਨੂੰ ਭੁੱਲ ਜਾਂਦੇ ਨੇ। ਹੰਕਾਰੀ ਇਨਸਾਨ ਸਿਰਫ ਆਪਣੇ ਆਪ ਤੇ ਭਰੋਸਾ ਕਰਦਾ ਹੈ ਕਿ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ। ਪਰ ਸਾਧ ਸੰਗਤ ਜੀ ਜੋ ਸੱਚ ਦੇ ਮਾਰਗ ਤੇ ਚੱਲਣ ਵਾਲਾ ਜੀਵ ਆ, ਜਦ ਵੀ ਉਹ ਕੋਈ ਕਾਰਜ ਕਰਦਾ ਉਸ ਪ੍ਰਮਾਤਮਾ ਨੂੰ ਨਮਸਕਾਰਾ ਕਰਦਾ ਹੈ। ਉਹ ਵੀ ਆਪਣੇ ਆਪ ਤੇ ਭਰੋਸਾ ਰੱਖਦਾ ਹੈ, ਪਰ ਕਦੇ ਹੰਕਾਰ ਨਹੀਂ ਜੇ ਕਰਦਾ। ਉਹ ਵੀ ਸੱਚ ਦੀ ਕਮਾਈਆਂ ਕਰਦਾ ਹੈ, ਵੱਡੀ ਵੱਡੀ ਉਪਲਬਧੀਆਂ ਪ੍ਰਾਪਤ ਕਰਦਾ ਹੈ, ਪਰ ਸਾਧ ਸੰਗਤ ਜੀ ਉਹ ਹੰਕਾਰ ਨਹੀਂ ਜੇ ਕਰਦਾ। ਤੇ ਸਾਧ ਸੰਗਤ ਜੀ ਜਦੋਂ ਇਹ ਜੀਵ ਸੰਸਾਰ ਦੀ ਝੂਠੀ ਮਮਤਾ ਨੂੰ ਤਿਆਗ ਕੇ ਉਸ ਪ੍ਰਮਾਤਮਾ ਦੇ ਮਾਰਗ ਤੇ ਚੱਲਦਾ ਹੈ, ਉਸ ਦੀ ਆਪਣੇ ਅੰਦਰੋਂ ਖੋਜ ਕਰਦਾ ਹੈ, ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਫਿਰ ਇਹ ਜੀਵ ਤੇ ਪ੍ਰਮਾਤਮਾ ਇੱਕ ਹੋ ਜਾਂਦੇ ਨੇ। ਫਿਰ ਇਹ ਉਸ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਜਬ ਹਮ ਹੋਤੇ ਤਬ ਤੂ ਨਾਈ, ਅਬ ਤੂ ਹੀ ਮੈਂ ਨਾਈ। ਕਿ ਭਾਈ ਜਦੋਂ ਤੱਕ ਮੇਰੇ ਮਨ ਦੇ ਵਿੱਚ ਮੈਂ ਸੀ ਉਹ ਪ੍ਰਮਾਤਮਾ ਮਿਲਿਆ ਹੀ ਨਹੀਂ, ਤੇ ਜਦੋਂ ਮੈਂ ਆਪਣੇ ਮਨ ਦੇ ਵਿੱਚੋਂ ਮੈਂ ਖਤਮ ਕਰ ਦਿੱਤੀ, ਉਹ ਹਮੇਸ਼ਾ ਹਮੇਸ਼ਾ ਦੇ ਲਈ ਮੇਰੇ ਅੰਦਰੋਂ ਪ੍ਰਮਾਤਮਾ ਪ੍ਰਾਪਤ ਹੋ ਗਿਆ ਆ। ਤੇ ਮੈਂ ਹਮੇਸ਼ਾ ਲਈ ਖਤਮ ਹੋ ਜਾਂਦੀ ਹੈ, ਜਬ ਹਮ ਹੋਤੇ ਤਬ ਤੂ ਨਾਈ, ਅਬ ਤੂ ਹੀ ਮੈਂ ਨਾਈ। ਤੇ ਇਨਸਾਨ ਉਸ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਮੇਰੇ ਤੇ ਪ੍ਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ। ਕ੍ਰਿਸ਼ਨ ਕਰੀਮ ਰਾਮ ਹਰ ਰਾਘਵ, ਜਬ ਲਗ ਏਕ ਨ ਭੇਖਾ, वेद कतेब कुरान पुरानन, सहज एक न देखा। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਕ੍ਰਿਸ਼ਨ ਕਰੀਮ ਰਾਮ ਹਰ ਅਤੇ ਰਾਘਵ ਉਸ ਪ੍ਰਮਾਤਮਾ ਦੇ ਅਣਗਿਣਤ ਨਾਮ ਨੇ। ਤੇ ਇਸ ਗੱਲ ਦਾ ਅਨੁਭਵ ਉਦੋਂ ਤੱਕ ਨਹੀਂ ਜੇ ਹੁੰਦਾ ਜਦੋਂ ਤੱਕ ਜੀਵਾਂ ਨੂੰ ਇੱਕ ਸਮਾਨ ਨਹੀਂ ਜੇ ਦੇਖਦਾ। ਫਿਰ ਭਾਈ ਉਹ ਭਾਵੇਂ ਵੇਦ ਕਤੇਬ ਕੁਰਾਨ ਪੜ੍ਹ ਲਵੇ, ਪਰ ਸਹਿਜ ਅਵਸਥਾ ਦੀ ਪ੍ਰਾਪਤੀ ਦਾ ਪ੍ਰਭੂ ਦਾ ਸਿਮਰਨ ਕਰਕੇ ਹੀ ਹੋਣੀ। ਇਹ ਸੱਚੇ ਸਾਧ ਸੰਗਤ ਜੀ ਸਤਿਗੁਰਾਂ ਨੇ ਫਰਮਾਇਆ ਕਿ ਭਾਈ ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ, ਐਸੀ ਭਗਤ ਨਾ ਹੋਈ ਰਹਿ ਭਾਈ, ਰਾਮ ਨਾਮ ਬਿਨ ਜੋ ਕੁਛ ਕਰੀਐ ਸੋ ਸਭ ਪਰਮ ਕਹਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਕਿ ਭਾਈ ਸਭ ਤੋਂ ਵੱਡਾ ਜੇ ਕੁਝ ਹੈ ਉਹ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਹੈ। ਤੇ ਐਸੇ ਲਈ ਸਾਧ ਸੰਗਤ ਜੀ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਕਰਮ ਕਾਂਡਾਂ ਦੇ ਵਿੱਚ ਨਾ ਉਲਝਾ ਕੇ
ਸਾਨੂੰ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਚੋਂ ਕੱਢ ਕੇ ਬੜਾ ਸਿੱਧਾ ਰਸਤਾ ਦਿਖਾ ਰਹੇ ਨੇ ਕਿ ਭਾਈ ਹੱਥਾਂ ਨਾਲ ਕਿਰਤ ਕਰੋ, ਜੀਵਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰੋ। ਸਾਨੂੰ ਅੱਗੇ ਕੁਝ ਵੀ ਕਰਨ ਦੀ ਲੋੜ ਨਹੀਂ, ਜੇ ਪ੍ਰਮਾਤਮਾ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ। ਜੀਵਾ ਸੋ ਓੰਕਾਰ ਜਪ, ਹੱਥਨ ਸੋ ਕਰਕਾਰ, ਰਾਮ ਮਿਲੇ ਘਰਾਏ ਕਰ, ਕਹਿ ਰਵਿਦਾਸ ਵਿਚਾਰ। ਕਿ ਭਾਈ ਜੋ ਜੀਵ ਹੱਥਾਂ ਨਾਲ ਇਮਾਨਦਾਰੀ ਦੀ ਰੋਟੀ ਕਮਾਉਂਦਾ ਹੈ, ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ ਸਾਧ ਸੰਗਤ ਜੀ, ਉਹ ਸਾਰੀ ਦੁਨੀਆ ਦਾ ਮਾਲਕ ਉਸ ਨੂੰ ਆਪਣੇ ਸਰੀਰ ਦੇ ਵਿੱਚੋਂ ਹੀ ਮਿਲ ਜਾਂਦਾ ਹੈ। ਤੇਰਾ ਘਟ ਮੈਂ ਸਿਰਜਣਹਾਰ, ਕਸਤੂਰੀ ਮਿਰਗ ਪਾਸ ਹੈ ਢੂੰਡਤ ਗਾਸ ਫਿਰੈ। ਕਿ ਹੇ ਜੀਵ, ਜਿਵੇਂ ਹਿਰਨ ਦੇ ਅੰਦਰੋਂ ਉਸ ਦੀ ਨਾਭੀ ਚੋਂ ਖੁਸ਼ਬੂ ਆਉਂਦੀ ਹੈ ਕਸਤੂਰੀ ਦੀ, ਪਰ ਉਸ ਨੂੰ ਨਹੀਂ ਜੇ ਪਤਾ ਹੁੰਦਾ, ਉਹ ਉਸ ਖੁਸ਼ਬੂ ਨੂੰ ਇੱਧਰ ਉੱਧਰ ਲੱਭਦਾ ਫਿਰਦਾ ਹੈ। ਇਹੀ ਹਾਲਤ ਜੀਵ ਦੀ ਹੈ। ਉਹ ਸਾਰੀ ਦੁਨੀਆ ਦਾ ਮਾਲਕ ਇਸ ਦੇ ਅੰਦਰ ਬੈਠਾ ਆ। ਇਹ ਪ੍ਰਮਾਤਮਾ ਨੂੰ ਤੀਰਥ ਸਥਾਨਾਂ ਤੇ, ਧਾਰਮਿਕ ਸਥਾਨਾਂ ਤੇ, ਨਦੀਆਂ ਜੰਗਲਾਂ ਪਹਾੜਾਂ 'ਚ ਲੱਭਦਾ ਫਿਰਦਾ ਹੈ। ਜੈਸੇ ਕਰੰਕ ਨਹੀਂ ਪਾਇਓ ਭੇਦ, ਤਨ ਸੁਗੰਧ ਢੂੰਡੈ ਪਰਦੇਸ। ਕਿ ਭਾਈ ਸੁਗੰਧਤਾ ਉਹਦੇ ਅੰਦਰੋਂ ਆ ਰਹੀ ਹੈ, ਲੱਭਦਾ ਫਿਰਦਾ ਉਹ ਜੰਗਲਾਂ ਪਹਾੜਾਂ ਦੇ ਵਿੱਚ। ਤੇ ਇਸ ਲਈ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਜਦੋਂ ਤੱਕ ਕਿ ਪ੍ਰਮਾਤਮਾ ਦਾ ਸਿਮਰਨ ਨਹੀਂ ਜੇ ਕਰਦਾ, ਇਸ ਨੂੰ ਸੱਚ ਦੀ ਕਮਾਈਆਂ ਨਹੀਂ ਜੀ ਹੁੰਦੀਆਂ। ਜੋਈ ਜੋਈ ਕਰ ਪੂਜੀਐ, ਸੋਈ ਸੋਈ ਕਾਚੀ, ਸਹਿਜ ਭਾਵ ਸਤ ਹੋਈ। ਕਹਿ ਰਵਿਦਾਸ ਮੈਂ ਤਾਹੇ ਕੋ ਪੂਜੂ, ਜਾ ਕੇ ਗਾਉ ਠਾਵ ਨਹੀਂ ਕੋਈ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਕਰਨੀ ਹੈ ਤਾਂ ਉਹ ਕੱਚੀ ਭਾਵ ਝੂਠੀ ਹੈ। ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਦੋ ਜਗ ਜਾਏਂਗੇ ਸਤ ਭਾਗ ਹੈ ਰਵਿਦਾਸ। ਕਿ ਭਾਈ ਆਪਣੇ ਅੰਦਰ ਬੈਠੇ ਹੀਰੇ ਵਰਗੇ ਪ੍ਰਮਾਤਮਾ ਨੂੰ ਛੱਡ ਕੇ ਜਦੋਂ ਅਸੀਂ ਦੂਸਰੀ ਆਸ ਰੱਖਦੇ ਹਾਂ, ਇੱਧਰ ਉੱਧਰ ਭਟਕਣਾ ਕਰਦੇ ਹਾਂ ਸਾਧ ਸੰਗਤ ਜੀ, ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਐਸੇ ਇਨਸਾਨ ਨਰਕਾਂ ਦੇ ਭਾਗੀ ਬਣਦੇ ਨੇ। ਕਿ ਉਹ ਸਾਰੀ ਦੁਨੀਆ ਦਾ ਮਾਲਕ ਤੇਰੇ ਅੰਦਰ ਬੈਠਾ ਆ। ਤੇ ਐਸਾ ਇਨਸਾਨ ਸਾਧ ਸੰਗਤ ਜੀ, ਜਦੋਂ ਇਹ ਜੀਵ ਆਪਣੇ ਅੰਦਰ ਦੇ ਬੈਠੇ ਪ੍ਰਮਾਤਮਾ ਨੂੰ ਛੱਡ ਕੇ ਇੱਧਰ ਉੱਧਰ ਭਟਕਦਾ ਆ, ਐਸਾ ਜੀਵ ਨਰਕਾਂ ਦਾ ਭਾਗੀ ਬਣਦਾ ਹੈ। ਜੋਈ ਜੋਈ ਕਰ ਪੂਜੀਐ, ਸੋਈ ਸੋਈ ਕਾਂਚੀ, ਸਹਿਜ ਭਾਵ ਸਤ ਹੋਈ। ਕਹਿ ਰਵਿਦਾਸ ਮੈਂ ਤਾਹੇ ਕੋ ਪੂਜੂ, ਜਾ ਕੇ ਗਾਵ ਠਾਵ ਨਾ ਕੋਈ। ਕਿ ਭਾਈ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ ਜੇ ਕਰਨੀ ਚਾਹੀਦੀ। ਤੋੜੂ ਨਾ ਪਾਤੀ ਪੂਜੂ ਨਾ ਦੇਵਾ, ਸਹਿਜ ਸਮਾਧ ਕਰੂ ਹਰ ਸੇਵਾ। ਤੇ ਐਸੀ ਜੋ ਭਗਤੀ ਹੈ ਸਾਧ ਸੰਗਤ ਜੀ, ਉਹ ਕੱਚੀ ਹੈ, ਝੂਠੀ ਹੈ। ਸਹਿਜ ਅਵਸਥਾ ਰੂਪੀ ਸੱਚੀ ਪੂਜਾ ਕਰਕੇ ਜੀਵ ਉਸ ਸਤ ਸਰੂਪ ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਆ। ਸਤਿਗੁਰੂ ਰਵਿਦਾਸ ਮਹਾਰਾਜ ਜੀ ਕਥਨ ਕਰਦੇ ਨੇ ਕਿ ਭਾਈ ਮੈਂ ਤਾਂ ਉਸ ਪ੍ਰਭੂ ਦੀ ਪੂਜਾ ਕਰਦਾ ਹਾਂ ਜਿਸ ਦਾ ਕੋਈ ਨਾ ਤਾਂ ਸਥਾਨ ਹੈ, ਨਾ ਤਾਂ ਕੋਈ ਖਾਸ ਸਥਾਨ ਹੈ, ਨਾ ਹੀ ਨਾਮ ਹੈ। ਭਾਵ ਉਸ ਨੂੰ ਅਨੇਕਾਂ ਨਾਮ ਤੋਂ ਜਾਣਿਆ ਜਾਂਦਾ ਹੈ। ਕਹਿ ਰਵਿਦਾਸ ਮੈਂ ਤਾਹੇ ਕੋ ਪੂਜੂ, ਜਾ ਕੇ ਗਾਵ ਠਾਵ ਨਹੀਂ ਕੋਈ। ਕਿ ਭਾਈ ਮੈਂ ਉਸ ਪਰਮ ਪਿਤਾ ਪ੍ਰਮਾਤਮਾ ਦੀ ਗੱਲ ਕਰਦਾ ਹਾਂ, ਨਾ ਉਹ ਜੰਮਦਾ ਹੈ ਨਾ ਮਰਦਾ ਹੈ, ਨਾ ਕੋਈ ਉਸ ਦਾ ਇੱਕ ਖਾਸ ਠਿਕਾਣਾ ਹੈ ਕਿ ਭਾਈ ਉਹ ਉੱਥੇ ਰਹਿੰਦਾ ਹੈ। ਮੇਰਾ ਪ੍ਰਮਾਤਮਾ ਤਾਂ ਹਰ ਜੀਵ ਦੇ ਵਿੱਚ ਬੈਠਾ ਹੈ। ਸਭ ਮੇਂ ਹਰ ਹੈ, ਹਰ ਮੇਂ ਸਭ ਹੈ, ਹਰ ਆਪਣੋ ਜਿਨ ਜਾਨਾ। ਜਿਵੇਂ ਸਤਿਗੁਰੂ ਨਾਮਦੇਵ ਮਹਾਰਾਜ ਜੀ ਫਰਮਾਉਂਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਿ ਭਾਈ ਐਸੇ ਪ੍ਰਮਾਤਮਾ ਦੀ ਮੈਂ ਪੂਜਾ ਕਰਦਾ ਹਾਂ ਜੋ ਹਰ ਜੀਵ ਦੇ ਅੰਦਰ ਬੈਠਾ ਹੈ, ਬਾਹਰ ਕਿਤੇ ਨਹੀਂ ਜੀ। ਤੇ ਐਸੇ ਪ੍ਰਮਾਤਮਾ ਦੀ ਪ੍ਰਾਪਤੀ ਸਾਧ ਸੰਗਤ ਜੀ ਉਦੋਂ ਹੀ ਹੁੰਦੀ ਹੈ ਜਦੋਂ ਜੀਵ ਸਤਿਗੁਰਾਂ ਦੇ ਦਿਖਾਏ ਮਾਰਗ ਤੇ ਚੱਲ ਕੇ ਹੱਥਾਂ ਨਾਲ ਕਿਰਤ ਕਮਾਈਆਂ ਕਰਦਾ, ਜੀਵਾਂ ਨਾਲ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰਦਾ ਆ। ਸਾਧ ਸੰਗਤ ਜੀ ਸੱਚ ਦੇ ਮਾਰਗ ਤੇ ਚੱਲ ਕੇ ਐਸੀਆਂ ਕਮਾਈਆਂ ਪ੍ਰਾਪਤ ਹੁੰਦੀਆਂ ਨੇ। ਸੋ ਆਓ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸੱਚ ਦੀ ਪ੍ਰਾਪਤੀ ਤੇ ਮਨ ਦੀ ਜੋ ਆਨੰਦਮਈ ਅਵਸਥਾ ਹੈ ਸਾਧ ਸੰਗਤ ਜੀ, ਉਸ ਦਾ ਬਿਆਨ ਕਰ ਰਹੇ ਨੇ, ਉਸ ਨੂੰ ਸਮਝਾਣਾ ਕਰ ਰਹੇ ਨੇ ਕਿ ਭਾਈ ਉਹ ਅਵਸਥਾ ਕਦੋਂ ਬਣਦੀ ਹੈ, ਜਦੋਂ ਅਸੀਂ ਅਡੰਬਰਾਂ ਪਖੰਡਾਂ ਵਹਿਮਾਂ ਭਰਮਾਂ ਨੂੰ ਛੱਡ ਕੇ ਗੁਰੂ ਦੇ ਦਿਖਾਏ ਮਾਰਗ ਤੇ ਚੱਲਦੇ ਹਾਂ। ਤੇ ਭਾਈ ਗੁਰੂ ਉਹੀ ਹੁੰਦਾ ਹੈ ਜਿਸ ਨੇ ਆਪਣੇ ਅੰਦਰੋਂ ਸੱਚ ਦੀ ਖੋਜ ਕੀਤੀ ਹੋਵੇ,
ਜਿਸ ਨੇ ਆਪਣੇ ਅੰਦਰੋਂ ਸੱਚ ਦੀ ਕਮਾਈ ਕੀਤੀ ਹੋਵੇ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ, ਗੁਰੂਆਂ ਦੇ ਗੁਰੂ, ਜਿਨ੍ਹਾਂ ਨੇ ਸਾਧ ਸੰਗਤ ਜੀ ਆਪ ਸੱਚ ਦੀ ਕਮਾਈ ਕੀਤੀ। ਸਤਿਗੁਰ ਕਬੀਰ ਸਾਹਿਬ, ਸਤਿਗੁਰ ਨਾਮਦੇਵ ਜੀ, ਸਤਿਗੁਰ ਸੈਨ ਜੀ, ਸਤਿਗੁਰ ਸਦਨਾ ਜੀ, ਸਤਿਗੁਰ ਨਾਨਕ ਦੇਵ ਮਹਾਰਾਜ ਜੀ, ਜਿਨ੍ਹਾਂ ਨੇ ਆਪ ਸੱਚ ਦੀ ਕਮਾਈਆਂ ਕੀਤੀਆਂ ਤੇ ਦੁਨੀਆ ਨੂੰ ਵੀ ਸਾਧ ਸੰਗਤ ਜੀ ਸੱਚ ਦੇ ਮਾਰਗ ਤੇ ਤੋਰਿਆ। ਤੇ ਅੱਜ ਵੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਵਿੱਚ ਜੋ ਧੰਨ ਧੰਨ ਜਗਤ ਪਿਤਾ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਅੱਜ ਵੀ ਜੀਵਾਂ ਨੂੰ ਸੱਚ ਨਾਲ ਜੋੜ ਰਹੇ ਨੇ। ਆਓ ਸਾਧ ਸੰਗਤ ਜੀ, ਗੁਰੂ ਕਹਿਣ ਨਾਲ ਗੱਲ ਨਹੀਂ ਜੇ ਬਣਦੀ। ਜੋ ਗੁਰੂ ਨੇ ਰਸਤਾ ਦਿਖਾਇਆ ਆ ਉਸ ਤੇ ਵੀ ਚੱਲਣਾ ਪਵੇਗਾ। ਤੇ ਕੋਈ ਜ਼ਿਆਦਾ ਸਾਨੂੰ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ। ਨਾ ਸਤਿਗੁਰਾਂ ਨੇ ਸਾਨੂੰ ਕਿਹਾ ਬਈ ਭੁੱਖੇ ਰਹੋ, ਨਾ ਸਤਿਗੁਰਾਂ ਨੇ ਸਾਨੂੰ ਕਿਹਾ ਭਾਈ ਲੰਬੀ ਲੰਬੀ ਯਾਤਰਾ ਕਰੋ। ਸਤਿਗੁਰਾਂ ਨੇ ਕਿਹਾ ਭਾਈ ਤੁਸੀਂ ਆਪਣਾ ਕੰਮਕਾਰ ਕਰਦੇ ਰਹੋ, ਜੋ ਵੀ ਕਾਰ ਵਿਹਾਰ ਤੁਸੀਂ ਕਰਦੇ ਹੋ, ਪਰ ਕੰਮ ਹੋਵੇ ਇਮਾਨਦਾਰੀ ਦਾ। ਤੇ ਇਸ ਜੀਵਨ ਨਾਲ ਤੁਸੀਂ ਪਰਮਪਿਤਾ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੋ, ਆਪਣੀ ਜ਼ਿੰਮੇਵਾਰੀਆਂ ਨਿਭਾਓ, ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ। ਤਾਂ ਸਾਡਾ ਵੀ ਫਰਜ਼ ਬਣਦਾ ਹੈ ਸਾਧ ਸੰਗਤ ਜੀ, ਜੇ ਅਸੀਂ ਉਹਨਾਂ ਨੂੰ ਗੁਰੂ ਮੰਨਿਆ ਤਾਂ ਗੁਰੂ ਦੇ ਦਿਖਾਏ ਮਾਰਗ ਤੇ ਚੱਲੀਏ। ਕਿਉਂਕਿ ਜਿੰਨੇ ਵੀ ਸਾਡੇ ਮਹਾਂਪੁਰਸ਼ ਹੋਏ ਨੇ ਸਾਧ ਸੰਗਤ ਜੀ, ਉਹਨਾਂ ਸਭ ਨੇ ਸਾਨੂੰ ਸੱਚ ਦੇ ਰਾਹ ਤੇ ਤੋਰਨ ਲਈ, ਸਾਡੇ ਜੀਵਨ ਨੂੰ ਸਵਾਰਨ ਲਈ ਬੜੇ ਵੱਡੇ ਵੱਡੇ ਉਪਦੇਸ਼ ਦਿੱਤੇ ਨੇ, ਕੁਰਬਾਨੀਆਂ ਵੀ ਦਿੱਤੀਆਂ ਨੇ। ਆਪਣੇ ਆਪ ਨੂੰ ਦੁੱਖ ਦੇ ਕੇ ਸਾਧ ਸੰਗਤ ਜੀ ਸਾਨੂੰ ਸੁੱਖ ਦਿੱਤਾ ਆ। ਜਿਵੇਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਸਾਧ ਸੰਗਤ ਜੀ ਬੜਾ ਸੰਘਰਸ਼ ਕੀਤਾ ਹੈ ਸਾਡੇ ਸੁੱਖ ਦੇ ਲਈ। ਸਾਨੂੰ ਉਹਨਾਂ ਨੂੰ ਵੀ ਪੜ੍ਹਨਾ ਚਾਹੀਦਾ। ਸਾਧ ਸੰਗਤ ਜੀ ਜਿੰਨੇ ਵੀ ਸਾਡੇ ਮਹਾਂਪੁਰਸ਼ ਨੇ, ਸਭਨਾਂ ਦਾ ਇੱਕੋ ਹੀ ਰਸਤਾ ਸੀ। ਸਭਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਭਾਈਓ ਬੇਗਮਪੁਰਾ ਧਾਮ ਜੋ ਬਸ ਜਾਵੇ, ਐਸਾ ਬੇਗਮਪੁਰਾ ਜਿਸ ਦੇ ਵਿੱਚ ਸਿਰਫ ਸੱਚ ਹੋਵੇ, ਨਾ ਕੋਈ ਵੱਡਾ ਨਾ ਕੋਈ ਛੋਟਾ, ਸਭ ਨੂੰ ਬਰਾਬਰ ਦੇ ਅਧਿਕਾਰ ਹੋਣ, ਐਸਾ ਬੇਗਮਪੁਰਾ ਸਭ ਨੇ ਮਿਲ ਕੇ ਕੋਸ਼ਿਸ਼ ਕੀਤੀ ਸਾਧ ਸੰਗਤ ਜੀ। ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਸੰਵਿਧਾਨ ਲਿਖ ਕੇ ਉਸ ਨੂੰ ਪੂਰਾ ਕੀਤਾ ਹੈ। ਅੱਜ ਵੀ ਬਹੁਤ ਸਾਰੀ ਕਮੀਆਂ ਨੇ ਸਾਧ ਸੰਗਤ ਜੀ। ਸੰਵਿਧਾਨ ਲਿਖਣ ਦੇ ਬਾਵਜੂਦ ਵੀ ਜੋ ਹੱਕ ਨਹੀਂ ਜੇ ਮਿਲ ਰਹੇ, ਜੋ ਹਜੇ ਤੱਕ ਕਈ ਸਥਾਨਾਂ ਤੇ ਅਸੀਂ ਦੇਖਦੇ ਹਾਂ ਸਮਾਨਤਾ ਨਹੀਂ ਜੀ ਆਈ, ਉਹ ਐਸੇ ਕਰਕੇ ਸਾਧ ਸੰਗਤ ਜੀ ਕਿ ਅਸੀਂ ਗੁਰੂਆਂ ਦੇ ਮਾਰਗ ਤੇ ਨਹੀਂ ਚੱਲ ਰਹੇ, ਜੋ ਗੁਰੂਆਂ ਨੇ ਦਿਖਾਇਆ ਹੈ, ਜੋ ਸਾਡੇ ਮਹਾਂਪੁਰਸ਼ਾਂ ਨੇ ਜੋ ਰਸਤਾ ਦਿਖਾਇਆ ਉਸ ਰਸਤੇ ਤੇ ਨਹੀਂ ਚੱਲ ਰਹੇ। ਜਿਵੇਂ ਬਾਬਾ ਸਾਹਿਬ ਨੇ ਕਿਹਾ ਸੀ ਪੜੋ, ਸਤਿਗੁਰੂ ਜੀ ਫਰਮਾਉਂਦੇ ਨੇ ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਜਾਨ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਕਿ ਭਾਈ ਸਿੱਖਿਆ ਤੋਂ ਬਗੈਰ ਅਸੀਂ ਅਧੂਰੇ ਹਾਂ। ਸਾਧ ਸੰਗਤ ਜੀ ਆਪਣੇ ਬੱਚਿਆਂ ਨੂੰ ਖੂਬ ਪੜਾਓ। ਜਿਵੇਂ ਬਾਬਾ ਸਾਹਿਬ ਫਰਮਾਉਂਦੇ ਸਨ, ਭਾਈ ਭਾਵੇਂ ਇੱਕ ਟਾਈਮ ਖਾਲੀ ਪੇਟ ਰਹਿ ਲਓ, ਅੱਧੀ ਰੋਟੀ ਘੱਟ ਖਾ ਲਓ, ਪਰ ਆਪਣੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜਾਓ, ਤਾਂ ਜੋ ਵੱਡਾ ਹੋ ਕੇ ਉਹ ਕਿਸੇ ਅੱਛੀ ਪੋਸਟ ਦੇ ਉੱਪਰ, ਵੱਡੇ ਵੱਡੇ ਪਦ ਦੇ ਉੱਪਰ ਜਾ ਕੇ ਸਾਧ ਸੰਗਤ ਜੀ ਉਹ ਬੈਠੇ, ਤਰੱਕੀਆਂ ਮਾਣੇ, ਤਰੱਕੀਆਂ ਬਖਸ਼ੇ। ਤੇ ਜੋ ਪਰਿਵਾਰ ਦੀ ਗਰੀਬੀ ਹੈ ਉਹ ਦੂਰ ਹੋਵੇ, ਸਮਾਜ ਦੇ ਵਿੱਚ ਉਸਦਾ ਵੀ ਨਾਮ ਹੋਵੇ। ਇਹ ਸਿਰਫ ਪੜ੍ਹਾਈ ਦੇ ਨਾਲ। ਪਰ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਕੱਲੀ ਸੰਸਾਰਿਕ ਪੜ੍ਹਾਈ ਨਹੀਂ, ਸਕੂਲ ਕਾਲਜ ਤੋਂ ਇਲਾਵਾ ਉਸਨੂੰ ਧਾਰਮਿਕ ਸਿੱਖਿਆ ਵੀ ਦਿਓ, ਕਿਤੇ ਉਹ ਮਾਨਸਿਕ ਗੁਲਾਮ ਨਾ ਹੋ ਜਾਵੇ। ਕਿਉਂਕਿ ਕਈ ਵਾਰ ਦੇਖਿਆ ਸਾਧ ਸੰਗਤ ਜੀ ਜੋ ਪੜ੍ਹੇ ਲਿਖੇ ਲੋਕ ਨੇ ਉਹ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦੇ ਗੁਲਾਮ ਹੁੰਦੇ ਨੇ। ਇਸ ਲਈ ਸਾਡੇ ਮਹਾਂਪੁਰਸ਼ਾਂ ਨੇ ਸਾਨੂੰ ਦੋਵੇਂ ਸਿੱਖਿਆਵਾਂ ਦਿੱਤੀਆਂ ਨੇ ਕਿ ਭਾਈ ਸਕੂਲ ਕਾਲਜ ਦੀ ਪੜ੍ਹਾਈ ਵੀ ਜ਼ਰੂਰੀ ਹੈ ਤੇ ਅਧਿਆਤਮਿਕਤਾ ਦੀ ਸਿੱਖਿਆ ਵੀ ਜ਼ਰੂਰੀ ਹੈ, ਕਿਤੇ ਕੋਈ ਮਾਨਸਿਕ ਗੁਲਾਮ ਨਾ ਹੋ ਜਾਵੇ। ਅੱਗੇ ਬਾਬਾ ਸਾਹਿਬ ਨੇ ਸਾਨੂੰ ਸਮਝਾਇਆ ਸੀ ਜੁੜੋ, ਤੇ ਸਤਿਗੁਰੂ ਜੀ ਫਰਮਾਉਂਦੇ ਨੇ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀ, ਰੱਖੇ ਭਾਈ ਆਪਸ ਦੇ ਵਿੱਚ ਨਾ ਮਿਲ ਕੇ ਰਹੋ। ਜਿਵੇਂ ਮਧੂਮੱਖੀਆਂ ਆਪਸ 'ਚ ਮਿਲ ਕੇ ਰਹਿੰਦੀਆਂ ਨੇ, ਸਾਡਾ ਵੀ ਫਰਜ਼ ਬਣਦਾ ਜੋ ਗੁਰੂਆਂ ਨੇ ਸਾਨੂੰ ਰਸਤਾ ਦਿਖਾਇਆ, ਮਹਾਂਪੁਰਸ਼ਾਂ ਨੇ, ਇੱਕ ਹੋ ਕੇ ਰਹੀਏ। ਪਰ ਜੁੜਨਾ ਅਸੀਂ ਸਤ ਸੰਗਤ ਮਿਲ ਰਹੀ ਹੈ ਮਾਧੋ, ਸੱਚ ਦੇ ਨਾਲ। ਸਾਧ ਸੰਗਤ ਜੀ ਝੂਠ ਨਾਲ ਨਸ਼ਿਆਂ ਨਾਲ ਨਹੀਂ ਜੇ ਜੁੜਨਾ, ਸੱਚ ਦੇ ਲਈ ਅਸੀਂ ਆਪਸ ਦੇ ਵਿੱਚ ਮਿਲ ਕੇ ਰਹਿਣਾ ਹੈ। ਤੀਸਰਾ ਜੋ ਉਪਦੇਸ਼ ਸੀ ਬਾਬਾ ਸਾਹਿਬ ਦਾ, ਸੰਘਰਸ਼ ਕਰੋ। ਸਤਿਗੁਰੂ ਜੀ ਫਰਮਾਉਂਦੇ ਨੇ ਪਰਾਧੀਨਤਾ ਪਾਪ ਹੈ, ਜਾਣ ਲਿਓ ਰਮੀਤ, ਰਵਿਦਾਸ ਦਾਸ ਪਰਾਧੀਨ ਸੋ ਕੌਣ ਕਰੈ ਹੈ ਪ੍ਰੀਤ। ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੇ ਕਰਦਾ। ਤੇ ਸਾਧ ਸੰਗਤ ਜੀ ਚਾਹੇ ਗੁਲਾਮੀ ਮਾਨਸਿਕ ਹੋਵੇ ਚਾਹੇ ਸਰੀਰਕ ਹੋਵੇ, ਹਰ ਪ੍ਰਕਾਰ ਦੀ ਗੁਲਾਮੀ ਮਾੜੀ ਹੁੰਦੀ ਹੈ।
ਤੇ ਇਸ ਗੁਲਾਮੀ ਤੋਂ ਬਾਹਰ ਆਉਣ ਵਾਸਤੇ ਅਸੀਂ ਸੰਘਰਸ਼ ਕਰਨਾ ਆ। ਤੇ ਸਾਧ ਸੰਗਤ ਜੀ, ਜਦੋਂ ਇਹ ਗੁਲਾਮੀ ਖਤਮ ਹੋ ਗਈ ਫਿਰ ਸਭ ਦਾ ਹੀ ਭਲਾ ਕਰਨਾ ਹੈ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸੰਬਸੈ ਰਵਿਦਾਸ ਰਹਿ ਪ੍ਰਸੰਨ। ਪਰ ਕਾ ਬੁਰਾ ਨਾ ਰੱਖੋ ਚੀ ਤੁਮਕੋ ਦੁੱਖ ਨਹੀਂ ਪਾਈ ਉਮੀਦ, ਕਿ ਭਾਈ ਨਾ ਕਿਸੇ ਦਾ ਬੁਰਾ ਸੋਚਿਆ ਕਰ। ਕਿਉਂਕਿ ਸਾਧ ਸੰਗਤ ਜੀ, ਜੋ ਸਭ ਦਾ ਭਲਾ ਮੰਗਦਾ ਹੈ, ਮਾਲਕ ਸਭ ਤੋਂ ਪਹਿਲਾਂ ਉਸੇ ਦਾ ਹੀ ਭਲਾ ਕਰਦਾ ਹੈ। ਇਸ ਲਈ ਭਾਈ ਸਭ ਦਾ ਭਲਾ ਮੰਗੋ, ਸਭ ਨਾਲ ਪਿਆਰ ਕਰੋ, ਕਿਸੇ ਲਈ ਨਫ਼ਰਤ ਨਾ ਜੇ ਰੱਖੋ। ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ, ਭਾਈ ਆਪਾਂ ਸਾਰੇ ਉਸ ਪਰਮ ਪਿਤਾ ਪਰਮਾਤਮਾ ਦੇ ਬੱਚੇ ਆ। ਨਾ ਕੋਈ ਵੱਡਾ ਹੈ ਨਾ ਕੋਈ ਛੋਟਾ ਹੈ। ਜੋ ਜਾਤਾਂ ਪਾਤਾਂ ਬਣਾਈਆਂ ਨੇ ਸਾਧ ਸੰਗਤ ਜੀ, ਸੰਸਾਰਿਕ ਲੋਕਾਂ ਨੇ ਬਣਾਈਆਂ ਨੇ। ਜੋ ਇਹਨਾਂ ਦੇ ਵਿੱਚ ਫਸ ਗਿਆ ਸਾਧ ਸੰਗਤ ਜੀ, ਮੈਂ ਤੇਰੇ ਦੀ, ਤੇਰੇ ਮੇਰੇ ਦੇ ਵਿੱਚ, ਤੂੰ ਮੈਂ ਦੇ ਵਿੱਚ ਜੋ ਫਸ ਗਿਆ, ਉਸ ਦਾ ਜੋ ਜੀਵਨ ਹੈ ਇਹਨਾਂ ਚੀਜ਼ਾਂ ਦੇ ਵਿੱਚ ਹੀ ਵਿਅਰਥ ਹੋ ਜਾਂਦਾ ਹੈ। ਇਹ ਦੁਨੀਆ ਬੜੀ ਸੁੰਦਰ ਹੈ ਸਾਧ ਸੰਗਤ ਜੀ, ਪਰ ਉਸੇ ਨੂੰ ਹੀ ਚੰਗੀ ਲੱਗੇਗੀ ਜੋ ਸਤਿਗੁਰਾਂ ਦੇ ਦਿਖਾਏ ਮਾਰਗ ਤੇ ਚੱਲਦਾ ਹੈ। ਸੋ ਭਾਈ, ਅੰਮ੍ਰਿਤ ਵੇਲੇ ਉਠੋ, ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਪੜੋ, ਨਾਮ ਸਿਮਰਨ ਜੋ ਵੀ ਗੁਰਮੰਤਰ ਹੈ, ਸੋਂਗ ਸਤਨਾਮ ਦਾ ਜਾਪ ਕਰੋ ਤੇ ਸਭ ਦਾ ਭਲਾ ਮੰਗੋ। ਸਾਧ ਸੰਗਤ ਜੀ, ਆਪਣੇ ਬੱਚਿਆਂ ਨੂੰ ਖੂਬ ਪੜਾਓ ਤੇ ਸਾਧ ਸੰਗਤ ਜੀ ਸਭ ਦਾ ਭਲਾ ਮੰਗੋ। ਇੰਨੀਆਂ ਕਾ ਬੇਨਤੀਆਂ ਜਿਹਦੀਆਂ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा। ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਸ਼ਲੋਕ। ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਏਂਗੇ ਸਤ ਪਾਖੈ ਰਵਿਦਾਸ। ਜਪੋ ਜੀ ਸਤਨਾਮ 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 ਸੋਹੰ ਸਤਨਾਮ। ਜੋ ਬੋਲੇ ਸੋ ਨਿਰਭੈ, ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ, ਧੰਨ ਗੁਰਦੇਵ। ਸਤਨਾਮ 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 ਸੋਹੰ ਸਤਨਾਮ।